ਦੀਪ ਸਿੱਧੂ ਵੀਰ ਆਰਐਸਐਸ ਦੇ ਮੁੱਦੇ ਬਾਰੇ ਵੀ ਅੱਛੀ ਪਕੜ ਰੱਖਦਾ ਵੀ ਇਹ ਕਿਵੇਂ ਸਾਨੂੰ ਖਾ ਰਹੀ ਹੈ, ਕਿਵੇਂ ਮਾਰ ਰਹੀ ਹੈ। ਜਿਵੇਂ ਸ਼ਹਿਰ ਪਿੰਡਾਂ ਨੂੰ ਖਾ ਰਹੇ ਨੇ, ਉਸੇ ਪ੍ਰਕਾਰ ਇਹ ਸੰਸਥਾਵਾਂ ਜਿਹੜੀਆਂ ਸਾਨੂੰ ਖਾ ਰਹੀਆਂ ਨੇ। ਉਹ ਕਹਿੰਦੇ ਵੀ ਏਡੀ ਤਿਆਰੀ ਹੈ, ਕਿਤੇ ਐਸਾ ਤਾਂ ਨਹੀਂ ਤਿਆਰ ਕਰਕੇ ਸਾਡੇ ਵਿੱਚ ਦੀਪ ਸਿੱਧੂ ਨੂੰ ਛੱਡਿਆ ਹੋਵੇ। ਮਾਈਂਡਸ ਨੂੰ ਪ੍ਰੈਜੁਡਿਸ ਕਰ ਦੇਣਾ, ਸਿਰਫ ਇੰਨਾ ਹੀ ਵੀ ਇਹ ਤਾਂ ਆਰਐਸਐਸ ਨੇ ਭੇਜਿਆ। ਹੁਣ ਉੱਥੇ ਕੋਈ ਲੌਜਿਕ ਨਹੀਂ ਹੁੰਦਾ। ਤੁਸੀਂ ਦੇਖੋ ਪੰਜਾਬ 17 ਸਾਲਾਂ ਤੋਂ ਕਿੱਥੇ ਪਹੁੰਚ ਗਿਆ। ਅੱਜ ਸਾਡੇ ਕੋਲ ਹੈ ਕੀ ਜਿਹੜਾ ਦੀਪ ਸਿੱਧੂ ਲੈ ਜਾਊਗਾ। ਗੱਲ ਕਰਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ, ਗੱਲ ਕਰਦਾ ਪੰਜਾਬ ਦੇ ਖੁਦਮੁਖਤਿਆਰੀ ਦੀ, ਗੱਲ ਕਰਦਾ ਸਾਡੇ ਪਾਣੀਆਂ ਦੀ, ਗੱਲ ਕਰਦਾ ਸੈਂਟਰ ਨਾਲ ਮੱਥਾ ਲਾਉਣ ਦੀ, ਗੱਲ ਕਰਦਾ ਸਟੇਟ ਸੈਂਟਰ ਰਿਲੇਸ਼ਨਸ਼ਿਪ ਦੀ, ਗੱਲ ਕਰਦਾ ਸਾਡੇ ਇਤਿਹਾਸ ਦੀ, ਸਾਡੀ ਮਾਂ ਬੋਲੀ ਦੀ। ਤਾਂ ਇੱਕ ਵੀ ਸਟੇਟਮੈਂਟ ਸਾਡੇ ਪੰਜਾਬ ਦੇ ਹੱਕ 'ਚ ਨਾ ਭੁਗਤਦੀ ਹੋਵੇ ਤੇ ਸੈਂਟਰ ਜਾਂ ਆਰਐਸਐਸ ਦੇ ਹੱਕ 'ਚ ਭੁਗਤਦੀ ਹੋਵੇ ਤਾਂ ਦੱਸੋ। ਜਦੋਂ ਸਰਕਾਰ ਨਾਲ ਲੜਾਈ ਲੜਨੀ ਆ, ਦੋ ਹੀ ਢੰਗ ਆ, ਜਾਂ ਤਾਂ ਹਥਿਆਰਬੰਦ ਲੜਾਈ ਹੁੰਦੀ ਆ ਜਾਂ ਸ਼ਾਂਤਮਈ ਢੰਗ ਨਾਲ ਅੰਦੋਲਨ ਨੂੰ ਵੱਡਾ ਕਰਕੇ ਲੋਕ ਲਹਿਰ ਬਣਾਉਣੀ ਹੁੰਦੀ ਆ। ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੈਂ ਕਦੇ ਸੜਕ ਤੇ ਬੈਠੂੰਗਾ, ਹਰ ਬੰਦੇ ਦੇ ਗਲੇ ਮਿਲੂੰਗਾ। ਮੈਂ ਸੱਚੀ ਦੱਸਦਾ ਵੀ ਮੈਂ ਬਹੁਤ ਸਫਾਈ ਨੂੰ ਲੈ ਕੇ ਬੜਾ ਵਹਿਮੀ ਬੰਦਾ ਸੀ। ਕਦੇ ਦਿਓਲਸ ਮੇਰਾ ਪਰਿਵਾਰ ਸੀ, ਚਲੋ ਅੱਜ ਰਿਲੇਸ਼ਨ ਬੜੇ ਸੁਖਾਵੇਂ ਨਹੀਂ ਰਹੇ। ਜਿੱਥੇ ਜਾਂਦਾ ਸੀ ਜੋਰਾ ਬਾਈ, ਸਨੀ ਬਾਈ ਦੀ ਇਲੈਕਸ਼ਨ ਲੜੀ ਜੋਰਾ ਬਾਈ, ਜੋਰਾ ਦੀਪ ਸਿੱਧੂ ਨੂੰ ਨਹੀਂ ਜੋ ਲੋਕ ਜਾਣਦੇ ਸੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਤੁਹਾਡੇ ਨਾਲ ਇੱਕ ਵਾਅਦਾ ਕਰਕੇ ਗਿਆ ਸਾਂ ਕਿ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਵੀਰ ਦੀਪ ਸਿੱਧੂ ਦੇ ਨਾਲ ਸ਼ੰਭੂ ਬਾਰਡਰ ਮੋਰਚੇ ਤੋਂ ਗੱਲਾਂ ਬਾਤਾਂ ਕਰਾਂਗੇ ਤੇ ਉਹ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਜੋ ਕਈ ਆਪਣਿਆਂ ਵੱਲੋਂ ਆਉਂਦੇ ਨੇ ਤੇ ਕੁਝ ਵਿਰੋਧੀਆਂ ਵੱਲੋਂ ਆਉਂਦੇ ਨੇ। ਔਰ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਵਿਰੋਧ ਹੀ ਵਿਕਾਸ ਹੈ ਜੇ ਸਹੀ ਢੰਗ ਨਾਲ ਇਸ ਨੂੰ ਲਿਆ ਜਾਵੇ ਤੇ ਉਹ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲੈਣ ਦਾ ਆਪਾਂ ਯਤਨ ਕਰਦੇ ਹਾਂ। ਵੀਰ ਦੀਪ ਸਿੱਧੂ ਮੇਰੇ ਨਾਲ ਨੇ, ਆਓ ਗੱਲਬਾਤ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਦੀਪ ਸਿੱਧੂ ਵੀਰ ਦਾ ਇਸ ਪ੍ਰੋਗਰਾਮ ਦੇ ਵਿੱਚ ਜੋ ਅਕਾਲ ਚੈਨਲ ਦੇ ਰਾਹੀਂ ਲੱਖਾਂ ਦਰਸ਼ਕ ਦੇਖਦੇ ਨੇ, ਸਭਨਾਂ ਦੇ ਵੱਲੋਂ ਦੀਪ ਸਿੱਧੂ ਵੀਰ ਦਾ ਸਵਾਗਤ ਕੀਤਾ ਜਾਂਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਧੰਨਵਾਦ ਬਾਈ ਜੀ। ਦੀਪ ਸਿੱਧੂ ਵੀਰ ਜੀ, ਜਦੋਂ ਆਪਾਂ ਫਸਟ ਐਪੀਸੋਡ ਖਤਮ ਕੀਤਾ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀ, ਪਰ ਸਮੇਂ ਦੀਆਂ ਘੜੀਆਂ ਮੈਨੂੰ ਰੋਕਦੀਆਂ ਸੀ। ਹਰ ਚੀਜ਼ ਮਰਿਆਦਾ ਦੇ ਵਿੱਚ ਹੀ ਚੰਗੀ ਲੱਗਦੀ ਹੈ। ਸਿਆਣੇ ਕਹਿੰਦੇ ਪਾਣੀ ਕਿਨਾਰਿਆਂ ਦੀ ਮਰਿਆਦਾ ਵਿੱਚ ਰਹੇ ਤੇ ਠੀਕ। ਪਾਣੀ ਨੂੰ ਬੰਨ ਉਦੋਂ ਮਾਰਨੇ ਪੈਂਦੇ ਨੇ ਜਦੋਂ ਕਿਨਾਰਿਆਂ ਦੀ ਮਰਿਆਦਾ ਟੱਪ ਜਾਵੇ। ਅੱਗ ਚੁੱਲ੍ਹੇ ਦੀ ਮਰਿਆਦਾ ਵਿੱਚ ਰਹੇ ਤੇ ਠੀਕ, ਜਦੋਂ ਚੁੱਲ੍ਹੇ ਦੀ ਮਰਿਆਦਾ ਟੱਪ ਜਾਂਦੀ ਹੈ ਤੇ ਉਦੋਂ ਫਿਰ ਤੁਹਾਨੂੰ ਪਤਾ ਨੁਕਸਾਨ ਹੁੰਦਾ ਹੈ। ਸੋ ਇਸ ਕਰਕੇ ਸਮੇਂ ਦੀ ਵੀ ਇੱਕ ਮਰਿਆਦਾ ਹੁੰਦੀ ਹੈ। ਖਿਆਲ ਰੱਖਦੇ ਹੋਏ ਮੈਂ ਸਮਾਪਤੀ ਕੀਤੀ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਸੀ ਵੀ ਜਦੋਂ ਅਸੀਂ ਦੀਪ ਸਿੱਧੂ ਵੀਰ ਨਾਲ ਗੱਲਬਾਤ ਕਰਦੇ ਹਾਂ ਤੇ ਕੁਝ ਸੱਜਣ ਕਮੈਂਟਸ ਕਰਦੇ ਨੇ, ਉਹ ਕਹਿੰਦੇ ਵੀ ਦੀਪ ਸਿੱਧੂ ਵੀਰ ਜੇ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰੋ ਤੇ ਬੜੀ ਅੱਛੀ ਪਕੜ ਰੱਖਦੇ ਨੇ, ਜੇ ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਗੱਲ ਕਰੀਏ ਤੇ ਬੜੀ ਅੱਛੀ ਪਕੜ ਰੱਖਦੇ ਨੇ। ਉਹਨਾਂ ਦੀ ਵੋਲੀਅਮ ਦੇ ਵਿੱਚੋਂ ਕਾਫੀ ਚੀਜ਼ਾਂ ਤੁਸੀਂ ਹੁਣ ਕੋਡ ਕੀਤੀਆਂ ਨੇ। ਜੇ ਤੁਸੀਂ ਦਲਿਤ ਸਮਾਜ ਦੀ ਗੱਲ ਕਰੀਏ ਤੇ ਉਹਨਾਂ ਦੇ ਹੱਕਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣੂ ਜੇ। ਉਹ ਕਹਿੰਦੇ ਵੀ ਦੀਪ ਸਿੱਧੂ ਵੀਰ ਆਰਐਸਐਸ ਦੇ ਮੁੱਦੇ ਬਾਰੇ ਵੀ ਅੱਛੀ ਪਕੜ ਰੱਖਦਾ ਵੀ ਇਹ ਕਿਵੇਂ ਸਾਨੂੰ ਖਾ ਰਹੀ ਹੈ, ਕਿਵੇਂ ਮਾਰ ਰਹੀ ਹੈ। ਜਿਵੇਂ ਸ਼ਹਿਰ ਪਿੰਡਾਂ ਨੂੰ ਖਾ ਰਹੇ ਨੇ, ਉਸੇ ਪ੍ਰਕਾਰ ਇਹ ਸੰਸਥਾਵਾਂ ਜਿਹੜੀਆਂ ਸਾਨੂੰ ਖਾ ਰਹੀਆਂ ਨੇ। ਉਹ ਕਹਿੰਦੇ ਵੀ ਏਡੀ ਤਿਆਰੀ ਹੈ, ਕਿਤੇ ਐਸਾ ਤਾਂ ਨਹੀਂ ਤਿਆਰ ਕਰਕੇ ਸਾਡੇ ਵਿੱਚ ਦੀਪ ਸਿੱਧੂ ਨੂੰ ਛੱਡਿਆ ਹੋਵੇ। ਇਹਦੇ ਬਾਰੇ ਕੀ ਕਹਿਣਾ? ਬੜੀ ਸਾਦੀ ਜੀ ਗੱਲ ਆ ਜੀ ਇਹ। ਪਹਿਲਾਂ ਤਾਂ ਆਪਾਂ ਹਿਊਮਨ ਸਾਈਕੋਲੋਜੀ ਦੀ ਗੱਲ ਕਰਦੇ ਹਾਂ। ਜਦੋਂ ਤੁਸੀਂ ਸਿਸਟਮ ਨਾਲ ਮੱਥਾ ਲਾਉਣੇ ਹੋ ਜਾਂ ਸਿਧਾਂਤਾਂ ਦਾ ਖੰਡਨ ਕਰਦੇ ਹੋ ਜਿਹੜੇ ਚੱਲੇ ਆ ਰਹੇ ਆ, ਤਾਂ ਵਿਰੋਧਤਾ ਹੋਣੀ ਤੁਹਾਡੀ ਲਾਜ਼ਮੀ ਆ। ਇਹ ਨੈਚੁਰਲ ਪ੍ਰੋਸੈਸ ਆ। ਹੁਣ ਜਿਹੜੀ ਵਿਰੋਧਤਾ ਹੁੰਦੀ ਆ, ਵਿਰੋਧੀਆਂ ਨੇ ਜਾਂ ਕਿਸੇ ਬੰਦੇ ਨੇ ਵੀ ਜਾਂ ਅਦਰਵਾਈਜ਼ ਵੀ ਮਨ 'ਚ ਗੱਲ ਆ ਸਕਦੀ ਆ, ਉਹਨਾਂ ਨੇ ਗੱਲ ਹੀ ਕਹਿਣੀ ਹੁੰਦੀ ਆ। ਔਰ ਹਿਊਮਨ ਮਾਈਂਡ ਆਪਣਾ ਇਹੋ ਜਿਹਾ, ਉਹ ਨੈਗੇਟਿਵਿਟੀ ਨੂੰ ਬੜਾ ਜਲਦੀ ਐਕਸੈਪਟ ਕਰਦਾ। ਇਹ ਹਿਊਮਨ ਸਾਈਕੋਲੋਜੀ ਆ। ਮਾਈਂਡਸ ਨੂੰ ਪ੍ਰੈਜੁਡਿਸ ਕਰ ਦੇਣਾ, ਸਿਰਫ ਇੰਨਾ ਹੀ ਵੀ ਇਹ ਤਾਂ ਆਰਐਸਐਸ ਨੇ ਭੇਜਿਆ। ਹੁਣ ਉੱਥੇ ਕੋਈ ਲੌਜਿਕ ਨਹੀਂ ਹੁੰਦਾ। ਔਰ ਮੈਂ ਜੇ ਲੌਜਿਕ ਦੇਈ ਵੀ ਜਾਵਾਂ ਤਾਂ ਉਹ ਅਸਰ ਨਹੀਂ ਕਰੂਗਾ। ਇਹ ਟਾਈਮ ਨੇ ਹੀ ਦੱਸਣਾ ਹੁੰਦਾ। ਸਭ ਤੋਂ ਵੱਡੀ ਗੱਲ ਆ ਇਹਦਾ ਜਿਹੜਾ ਜਵਾਬ ਟਾਈਮ ਦਿੰਦਾ। ਪਰ ਫਿਰ ਵੀ ਜੇ ਮੈਂ ਦੋ ਤਿੰਨ ਗੱਲਾਂ ਕਹਾਂ, ਤੁਸੀਂ ਦੇਖੋ ਪੰਜਾਬ 17 ਸਾਲਾਂ ਤੋਂ ਕਿੱਥੇ ਪਹੁੰਚ ਗਿਆ। ਅੱਜ ਸਾਡੇ ਕੋਲ ਹੈ ਕੀ ਜਿਹੜਾ ਦੀਪ ਸਿੱਧੂ ਲੈ ਜਾਊਗਾ। ਔਰ ਜਿਹੜੇ ਬੰਦੇ
ਪਿਛਲੇ 30 35 40 ਸਾਲਾਂ ਤੋਂ ਸਾਡੇ ਪਾਰਟੀਆਂ ਦੇ ਮੁਖੀ ਜਿਨ੍ਹਾਂ ਨੂੰ ਅਸੀਂ ਪੰਥਕ ਕਹੀ ਜਾਂਦੇ ਆ, ਜਿਹੜੇ ਉਹਨਾਂ ਪਾਰਟੀਆਂ ਦੇ ਨਾਲ, ਉਹਨਾਂ ਸੰਸਥਾਵਾਂ ਨਾਲ ਸਿੱਧਾ ਨਾਤਾ ਰੱਖਦੇ ਆ, ਉਹਨਾਂ ਤੇ ਤਾਂ ਕਦੇ ਇਲਜ਼ਾਮ ਲਾਏ ਨਹੀਂ। ਅੱਜ ਜੇ ਮੈਂ ਆ ਕੇ ਗੱਲ ਕਰਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ, ਗੱਲ ਕਰਦਾ ਪੰਜਾਬ ਦੇ ਖੁਦਮੁਖਤਿਆਰੀ ਦੀ, ਗੱਲ ਕਰਦਾ ਸਾਡੇ ਪਾਣੀਆਂ ਦੀ, ਗੱਲ ਕਰਦਾ ਸੈਂਟਰ ਨਾਲ ਮੱਥਾ ਲਾਉਣ ਦੀ, ਗੱਲ ਕਰਦਾ ਸਟੇਟ ਸੈਂਟਰ ਰਿਲੇਸ਼ਨਸ਼ਿਪ ਦੀ, ਗੱਲ ਕਰਦਾ ਸਾਡੇ ਇਤਿਹਾਸ ਦੀ, ਸਾਡੀ ਮਾਂ ਬੋਲੀ ਦੀ, ਤਾਂ ਇੱਕ ਵੀ ਸਟੇਟਮੈਂਟ ਸਾਡੇ ਪੰਜਾਬ ਦੇ ਹੱਕ 'ਚ ਨਾ ਭੁਗਤਦੀ ਹੋਵੇ ਤੇ ਸੈਂਟਰ ਜਾਂ RSS ਦੇ ਹੱਕ 'ਚ ਭੁਗਤਦੀ ਹੋਵੇ ਤਾਂ ਦੱਸੋ। ਅਗਲੀ ਗੱਲ, ਮੰਨ ਲਓ ਮੈਂ ਤਿਆਰ ਕਰਕੇ ਭੇਜਿਆ ਹੋਵਾਂ, ਆਪਾਂ ਮੰਨ ਲੈਂਦੇ ਹਾਂ, ਮੈਂ ਇੱਕ ਗੱਲ ਨਾਲ ਹੋਰ ਕਹਿ ਰਿਹਾ ਵੀ ਕਲੈਕਟਿਵ ਲੀਡਰਸ਼ਿਪ ਪੈਦਾ ਕਰੋ। ਹੋ ਸਕਦਾ ਮੈਂ ਹੀ ਥਿਰਕ ਜਾ, ਹੋ ਸਕਦਾ ਮੈਂ ਗਦਾਰ ਨਿਕਲਾਂ, ਕਿਉਂਕਿ ਕਈ ਵਾਰੀ ਤੁਹਾਨੂੰ ਸਿਸਟਮ ਹੀ ਐਂ ਤਿਆਰ ਕਰ ਦਿੰਦਾ, ਉਹ ਸਿਸਟਮ ਹੀ ਇਹ ਰਚ ਦਿੰਦੇ ਆ ਜਾਂ ਬਦਨਾਮ ਕਰ ਦਿੰਦੇ ਆ, ਹੋਰ ਜ਼ਿਆਦਾ ਬਦਨਾਮ ਕਰ ਸਕਦੇ ਆ। ਮੈਂ ਤਾਂ ਕਹਿ ਰਿਹਾ ਆਪਾਂ ਸਿਰ ਹੋਰ ਪੈਦਾ ਕਰੀਏ, ਹੋਰ ਚੱਕੀਏ ਆਵਾਜ਼ਾਂ ਤਾਂ ਕਿ ਸੰਘਰਸ਼ ਨਾ ਰੁਕੇ। ਇਹ ਗੱਲ ਮੈਂ ਕਹਿਣੀ ਨਹੀਂ ਸੀ, ਮੈਂ ਤਾਂ ਆਪਦੇ ਆਪ ਨੂੰ ਲੀਡਰ ਬਣਾ ਕੇ ਪੇਸ਼ ਕਰਨਾ ਸੀ। ਮੈਂ ਅੱਜ ਵੀ ਕਹਿ ਰਿਹਾ, ਮੈਨੂੰ ਅੱਗੇ ਨਾ ਭਾਓ, ਮੇਰੇ 'ਚ ਬਹੁਤ ਕਮੀਆਂ ਹੋਣਗੀਆਂ, ਮੈਂ ਪਿੱਛੇ ਲੱਗੂੰਗਾ, ਤੁਹਾਡੇ ਪਿੱਛੋਂ ਕੁੰਡੇ ਦਾ ਕੰਮ ਕਰਾਂਗੇ ਅਸੀਂ। ਲੀਡਰਸ਼ਿਪ ਹੋਰ ਪੈਦਾ ਕਰੋ, ਸਿਆਸਤ ਵਾਸਤੇ ਵੀ ਹੋਰ ਪੈਦਾ ਕਰੋ, ਤੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਸਤੇ ਵੀ ਹੋਰ ਪੈਦਾ ਕਰੋ, ਪਰ ਕਰੋ ਤਾਂ ਸਹੀ। ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੀ, ਨਾ ਹੀ ਮੈਂ ਕੋਈ ਜਿਵੇਂ ਇਹ ਕਹਾਂ ਵੀ ਉਹ ਅਹੁਦੇ ਮੈਨੂੰ ਬਹੁਤ ਐਕਸਾਈਟ ਕਰਦੇ ਆ ਵੀ MLA ਬਣ ਜਾਓ। ਮੈਂ ਜਮਾਂ ਹੀ ਕੁਛ ਨਹੀਂ ਜਾਣਦਾ ਜੀ ਇਸ ਗੱਲ ਨੂੰ, ਅਸਲ 'ਚ ਮੇਰੇ ਤੋਂ ਪੁੱਛੋ ਤਾਂ। ਸੋ ਇਸ ਕਰਕੇ ਕਿਸੇ ਫਰੰਟ ਤੇ ਆ ਕੇ ਤਾਂ ਮੇਰੇ ਲੌਜਿਕ ਨਾਲ ਤਾਂ ਗੱਲ ਕਰੀਏ ਵੀ ਮੈਂ ਉਹਨਾਂ ਦੀ ਹਮਾਇਤ ਜੇ ਛੁਪੇ ਢੰਗ 'ਚ ਜਾਂ ਲੁਕਵੇਂ ਤਰੀਕੇ 'ਚ ਕਰ ਰਿਹਾ ਤਾਂ ਕਿਵੇਂ ਕਰ ਰਿਹਾ, ਕੋਈ ਲੌਜਿਕ ਤਾਂ ਨਿਕਲੇ ਕਿਤੋਂ। ਨਾ ਤਾਂ ਮੈਂ ਕੋਈ ਅਹੁਦਾ ਲੈਣ ਵਾਸਤੇ ਤਿਆਰ ਆ, ਮੈਂ ਕਹਿ ਰਿਹਾ ਸੰਗਤ ਦਾ ਜੋ ਹੁਕਮ ਹੋਊਗਾ ਉਵੇਂ ਹੀ ਹੋਊਗਾ। ਫਿਰ ਮੇਰੇ ਕੋਲੇ ਹੈ ਕੀ ਵੀ ਮੈਂ ਤੁਹਾਨੂੰ ਵੇਚ ਦੂੰਗਾ। ਨਾ ਮੈਂ ਕਿਸੇ ਸਿਆਸਤ ਦਾ ਪਾਰਟ ਹਾਂ, ਨਾ ਕਿਸਾਨ ਜਥੇਬੰਦੀਆਂ ਦੇ ਨਾਲ ਬਹਿਣਾ, ਨਾ ਸਰਕਾਰ ਦਾ ਹਿੱਸਾ, ਨਾ ਪੰਜਾਬ ਦੇ ਕਿਸੇ ਇਹੋ ਜਿਹੀ ਸੰਸਥਾ ਦਾ ਹਿੱਸਾ ਜਿੱਥੋਂ ਮੈਂ ਇਤਿਹਾਸ ਹੀ ਚੱਕ ਕੇ ਉਹਨਾਂ ਨੂੰ ਫੜਾਇਆ ਆਊਂਗਾ। ਮੈਂ ਤਾਂ ਇੱਥੋਂ ਤੱਕ ਸਟੇਟਮੈਂਟ ਦੇਈ ਬੈਠਾ ਵੀ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੇ ਕਿਤੇ ਗਏ ਆ ਤਾਂ ਉਹ ਗਿਣੀ ਮਿਥੀ ਸਾਜ਼ਿਸ਼ ਆ। ਕੌਣ ਬੋਲੂਗਾ ਇਹ ਗੱਲ? ਸੋ ਗੱਲ ਮੇਰੀ ਕਿਸੇ ਦੇ ਨਾਲ ਭਾਈਬੰਦੀ ਜਾਂ ਮੈਂ ਗਦਾਰ ਨਿਕਲਾਂ ਇਹ ਨਹੀਂ ਹੋਣੀ ਚਾਹੀਦੀ। ਸਾਨੂੰ ਕਰਨਾ ਕੀ ਚਾਹੀਦਾ ਉਹ ਹੋਣੀ ਚਾਹੀਦੀ ਆ। ਮੈਂ ਉਹ ਗੱਲਾਂ ਕਰ ਰਿਹਾ ਕਿ ਨਹੀਂ ਕਰ ਰਿਹਾ ਉਹ ਗੱਲ ਜ਼ਰੂਰੀ ਆ। ਜੋ ਪੰਜਾਬ ਨੂੰ ਕਰਨਾ ਚਾਹੀਦਾ ਉਹ ਗੱਲ ਤੇ ਮੈਂ ਖੜਾ, ਪਹਿਰਾ ਦੇ ਰਿਹਾ ਕਿ ਨਹੀਂ ਦੇ ਰਿਹਾ ਉਹ ਜ਼ਿਆਦਾ ਜ਼ਰੂਰੀ ਆ। ਮੈਂ ਇਸੇ ਕਰਕੇ ਕਹਿ ਰਿਹਾ ਵਾਰ-ਵਾਰ ਇਸ ਅੰਦੋਲਨ 'ਚੋਂ ਅਸੀਂ ਕਲੈਕਟਿਵ ਲੀਡਰਸ਼ਿਪ ਪੈਦਾ ਕਰੀਏ। ਪੰਜਾਬ ਕੋਲੇ ਬੈਠੇ ਆ ਸਿਰ, ਪੰਜਾਬ ਕੋਲੇ ਆਵਾਜ਼ਾਂ ਹੈਗੀਆਂ, ਪੰਜਾਬ ਕੋਲੇ ਕਲਮਾਂ ਹੈਗੀਆਂ ਜਿਹੜੀਆਂ ਆਵਾਜ਼ਾਂ ਬੁਲੰਦ ਹੁੰਦੀਆਂ ਤੇ ਕਲਮਾਂ ਲਿਖਦੀਆਂ। ਇੱਥੋਂ ਹੀ ਇਸ ਮੰਚ ਤੋਂ ਹੀ ਬਹੁਤ ਬੰਦੇ ਬੋਲ ਕੇ ਗਏ ਆ। ਅਸੀਂ ਕਿਉਂ ਨਹੀਂ ਉਹਨਾਂ ਨਾਲ ਬਹਿੰਦੇ? ਅਸੀਂ ਕਿਉਂ ਨਹੀਂ ਉਹਨਾਂ ਨੂੰ ਅੱਗੇ ਹੋਰ ਜ਼ਿਆਦਾ ਸੰਗਤ 'ਚ ਰੂਬਰੂ ਕਰਾ ਕੇ ਤੇ ਉਹਨਾਂ ਨੂੰ ਹੋਰ ਜ਼ਿਆਦਾ ਮਕਬੂਲ ਕਰਾਉਂਦੇ? ਸਾਨੂੰ ਕਰਨੀਆਂ ਚਾਹੀਦੀਆਂ ਇਹ ਗੱਲਾਂ। ਸਾਡਾ ਮਕਸਦ ਹੀ ਇਹ ਆ। ਇੱਕ ਤਾਂ ਚਲੋ ਦਿੱਲੀ ਨਾਲ ਤਾਂ ਲੜ ਹੀ ਰਹੇ ਆ, ਪਰ ਨਾਲ ਨਾਲ ਆਹ ਮਕਸਦ ਵੀ ਹੈ ਕਿ ਨੈਰੇਟਿਵ ਤਾਂ ਕ੍ਰੀਏਟ ਕਰ ਰਹੇ ਆ ਜਿਹੜੇ ਲੋਕਾਂ ਨੂੰ ਨੈਰੇਟਿਵ ਜਾ ਕੀ ਰਿਹਾ, ਬਿਰਤਾਂਤ ਕੀ ਰਚ ਰਹੇ ਆ, ਸੋਚ ਕੀ ਦੇ ਰਹੇ ਆ। ਖੁਦ ਮੁਖਤਿਆਰੀ, ਆਪਦੇ ਹੱਕ ਤੇ ਆਪਦੇ ਫੈਸਲੇ ਅਸੀਂ ਆਪ ਕਰੀਏ। ਪਰ ਇੱਕਦਮ ਜੋਰਾ 10 ਨੰਬਰੀਆ ਪੰਥ ਦਰਦੀ ਸਮਾਜ ਸੇਵੀ ਬਣ ਕੇ ਇੱਕਦਮ ਕਿਵੇਂ ਨਿਕਲਿਆ? ਇਹਦਾ ਕਾਰਨ ਕੀ ਬਣਿਆ? ਲਾਈਫ ਦੇ ਵਿੱਚ ਕੁਛ ਨਾ ਕੁਛ ਐਸਾ ਵਾਪਰਦਾ ਹੈ। ਜੇ ਕਿਸੇ ਨੂੰ ਮੈਂ ਪੁੱਛਾਂ ਵੀ ਕੀ ਹੋਇਆ, ਉਹ ਕਹਿੰਦਾ ਜੀ ਆਹ ਜ਼ਿੰਦਗੀ ਦੇ ਵਿੱਚ ਭਾਣਾ ਵਾਪਰ ਗਿਆ, ਮੈਂ ਉਸ ਦਿਨ ਤੋਂ ਬਾਅਦ ਮੇਰੀ ਲਾਈਫ ਬਦਲੀ। ਪਰ ਇਹ ਜੋਰਾ 10 ਨੰਬਰੀਆ ਇੱਕਦਮ ਦੀਪ ਸਿੱਧੂ, ਪੰਥ ਦਰਦੀ, ਸਮਾਜ ਸੇਵੀ ਔਰ ਪੰਥਕ ਮੁੱਦਿਆਂ ਦੇ ਉੱਪਰ ਤੁਸੀਂ ਫਿਲਮ ਦੀ ਐਕਟਿੰਗ ਕਰਦੇ ਹੁੰਦੇ ਸੀ, ਕਿਸੇ ਹਿਸਟਰੀ ਪੜ੍ਹਦੇ ਰਹੇ ਹੋ, ਇੰਨੀ ਨੌਲੇਜ ਇੱਕਦਮ ਆਈ ਕਿਵੇਂ? ਇਹ ਗੱਲ ਤੁਹਾਡੀ ਜਮਾਂ ਸਹੀ ਆ ਜੀ। ਦੇਖੋ ਜਿਹੜੀ ਨੌਲੇਜ ਸੀ, ਮੇਰਾ ਪਰਿਵਾਰ ਉਸ ਸੰਘਰਸ਼ 'ਚ ਸਾਡੇ ਖਾੜਕੂ ਸੰਘਰਸ਼ ਨਾਲ ਸੰਬੰਧ ਰੱਖਦਾ ਜੀ। ਮੇਰੇ ਤੁਸੀਂ ਫੇਸਬੁੱਕ ਤੇ ਪੁਰਾਣੀਆਂ ਜਿਹੜੀਆਂ ਮੇਰੀਆਂ ਪੋਸਟਾਂ ਜਾ ਕੇ ਦੇਖ ਲਓ, 4-4 5-5 ਸਾਲ ਪੁਰਾਣੀਆਂ ਵੀ, ਉੱਥੇ ਵੀ ਤੁਹਾਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਸਾਡੇ ਜਥੇਦਾਰ ਗੁਰਜੰਟ ਸਿੰਘ ਬੁੱਸਿੰਘ ਵਾਲੇ ਇਹ ਮਿਲ ਜਾਣਗੇ। ਮੇਰੀ ਇੰਟਰਵਿਊ ਸੁਣ ਲਓ, ਉੱਥੇ ਵੀ ਬੰਦੇ ਬਹੁਤ ਚੰਗੇ ਸੀ, ਪਰ ਸਰਕਾਰਾਂ ਨੇ ਬਦਨਾਮ ਕਰਤੇ। ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ। ਔਰ ਸੰਘਰਸ਼ ਜਦੋਂ ਸਾਡੇ ਕੋਲੋਂ ਸਾਡੇ ਹਿਊਮਨ ਰਾਈਟਸ ਜਾਂ ਫੰਡਾਮੈਂਟਲ ਰਾਈਟਸ ਸਰਕਾਰਾਂ ਖੋਹ ਲੈਣ ਨਾ, ਉਦੋਂ UN ਦਾ ਤੁਸੀਂ ਪ੍ਰੀਐਂਬਲ ਪੜ੍ਹੋ ਜਾਂ ਉਹਨਾਂ ਦੇ 2nd ਚੈਪਟਰ ਆਫ UN ਰੈਜ਼ੋਲੂਸ਼ਨ 'ਚ ਆ ਜਿਹੜਾ
ਉਹਦੇ 'ਚ ਇਹ ਆ ਵੀ ਹਥਿਆਰਬੰਦ ਜਿਹੜੀ ਲੜਾਈ ਆ ਉਹ ਵੀ ਜਸਟੀਫਾਈਡ ਆ, ਕਿਉਂਕਿ ਲੜਾਈ ਦੇਖੋ ਜਦੋਂ ਸਰਕਾਰ ਨਾਲ ਲੜਾਈ ਲੜਨੀ ਆ ਦੋ ਹੀ ਢੰਗ ਆ, ਜਾਂ ਤਾਂ ਹਥਿਆਰਬੰਦ ਲੜਾਈ ਹੁੰਦੀ ਆ ਜਾਂ ਸ਼ਾਂਤਮਈ ਢੰਗ ਨਾਲ ਅੰਦੋਲਨ ਨੂੰ ਵੱਡਾ ਕਰਕੇ ਲੋਕ ਲਹਿਰ ਬਣਾਉਣੀ ਹੁੰਦੀ ਆ, ਹਨਾ। ਹੁਣ ਉਹਦੇ 'ਚ ਦੋਨਾਂ ਦਾ ਜਿਹੜਾ ਇੱਕ ਕਲਮੀਨੇਸ਼ਨ ਆ ਉਹ ਪੋਲੀਟੀਕਲ ਡਿਪਲੋਮੈਸੀ ਤੇ ਜਾ ਕੇ ਹੋਣੀ ਆ, ਜਿੱਥੇ ਅਸੀਂ ਹਾਰਦੇ ਰਹੇ ਆ। ਹੁਣ ਮੇਰੇ ਜਦੋਂ ਵਿੱਚ ਚੇਂਜ ਕਿਵੇਂ ਆਇਆ, ਤੁਸੀਂ ਜੋਰਾ 10 ਨੰਬਰੀਆ ਦੇਖ ਲਓ, ਉਹਦੇ 'ਚ ਵੀ ਸਰਕਾਰ ਨਾਲ ਹੀ ਮੱਥਾ ਲਾਇਆ ਹੋਇਆ। ਫਿਰ ਇੱਕ ਹੋਰ ਗੱਲ ਆ ਜਿਹੜੀ ਮੈਂ ਬਹੁਤ ਪ੍ਰਪੱਖ ਰੂਪ 'ਚ ਸਮਝਦਾ ਤੇ ਮੰਨਦਾ ਇਸ ਗੱਲ ਨੂੰ, ਜਦੋਂ ਤੁਹਾਡੇ ਅੰਦਰ ਕੋਈ ਚਿਣਗ ਜਾਗਦੀ ਹੈ ਨਾ, ਹਮੇਸ਼ਾ ਤੁਹਾਨੂੰ ਤੁਹਾਡਾ ਕੌਨਸ਼ੀਅਸ ਮਾਈਂਡ ਨਹੀਂ ਡਾਇਰੈਕਟ ਕਰਦਾ, ਤੁਹਾਨੂੰ ਡਾਇਰੈਕਸ਼ਨ ਜਾਂ ਜ਼ਿੰਦਗੀ ਦੀ ਸੇਧ ਸਬਕੌਨਸ਼ੀਅਸ ਮਾਈਂਡ ਤੋਂ ਵੀ ਆਉਂਦੀ ਆ। ਅਸੀਂ ਕਹਿੰਦੇ ਆ ਜਜ਼ਬਾ, ਹੁਣ ਉਹ ਜਜ਼ਬੇ ਨੂੰ ਤੁਸੀਂ ਦਿਖਾ ਸਕਦੇ ਹੋ ਜਾਂ ਮੈਂ ਦਿਖਾ ਸਕਦਾ ਜਾਂ ਕੋਈ ਵੀ ਦਿਖਾ ਸਕਦਾ। ਜਜ਼ਬਾ ਸਬਕੌਨਸ਼ੀਅਸ ਮਾਈਂਡ 'ਚ ਪਿਆ, ਜਿਹਨੂੰ ਐਕਸਪਲੇਨ ਕਰਨਾ ਬੜਾ ਔਖਾ। ਅਸੀਂ ਕਹਿੰਦੇ ਆ ਯਾਰ ਮੇਰੀ ਰੂਹ ਨਹੀਂ ਮੰਨਦੀ। ਹੁਣ ਉਹ ਕੀ ਆ, ਰੂਹ ਨਹੀਂ ਮੰਨਦੀ ਜਦੋਂ, ਉਹ ਇੰਟਿਊਸ਼ਨ ਆ। ਉਸ ਇੰਟਿਊਸ਼ਨ ਨੂੰ ਆਰਟੀਕੂਲੇਟ ਕਰਨਾ, ਵਰਡਸ 'ਚ ਪਾਉਣਾ ਬਹੁਤ ਔਖਾ, ਪਰ ਸਾਨੂੰ ਉਹ ਰੂਹ 'ਚ ਜਿਹੜੀ ਪਰਮਾਤਮਾ ਵੱਲੋਂ ਕੋਈ ਇੱਕ ਅੱਧਾ ਸੁਨੇਹਾ ਮਿਲਦਾ, ਉਹ ਸਾਡਾ ਇੰਟਿਊਸ਼ਨ ਹੁੰਦੀ ਆ ਵੀ ਮੇਰੀ ਰੂਹ ਨਹੀਂ ਮੰਨਦੀ ਯਾਰ ਆਹ ਗੱਲ ਐਂ ਕਰੀਏ। ਸਾਨੂੰ ਉਹ ਚੀਜ਼ ਹੀ ਚਲਾਉਂਦੀ ਆ ਜ਼ਿੰਦਗੀ 'ਚ, ਜੇ ਅਸੀਂ ਦੇਖੀਏ ਤਾਂ। ਸਾਨੂੰ ਕੌਨਸ਼ੀਅਸ ਮਾਈਂਡ ਨਹੀਂ ਚਲਾਉਂਦਾ, ਸਾਨੂੰ ਸਬਕੌਨਸ਼ੀਅਸ ਮਾਈਂਡ ਚਲਾਉਂਦਾ ਤੇ ਗਾਈਡ ਕਰਦਾ। ਇਹੀ ਮੇਰੇ ਨਾਲ ਵਾਪਰਿਆ। ਇੱਕ ਦਿਨ ਜਦੋਂ ਮੈਨੂੰ ਉਹ ਚਿਣਗ ਐਡੀ ਜ਼ਿਆਦਾ ਜਾਗ ਗਈ ਵੀ ਜੇ ਹੁਣ ਆਪਦੇ ਇਤਿਹਾਸ ਲਈ, ਆਪਦੀ ਧਰਤੀ ਲਈ, ਆਪਦੇ ਲੋਕਾਂ ਲਈ ਕੁਛ ਨਹੀਂ ਕੀਤਾ, ਫਿਰ ਜਾਂ ਤਾਂ ਫੋਟੋਆਂ ਇਹ ਆ ਵੀ ਆਹ ਜਿਹੜੀਆਂ ਪਿਕਚਰਾਂ ਹੀ ਬਣਾ ਕੇ ਹੋਰ 2 ਸਾਲਾਂ ਨੂੰ ਲੋਕ ਭੁੱਲ ਜਾਣਗੇ, ਜਾਂ ਇਤਿਹਾਸ 'ਚ ਆਪਦਾ ਨਾਂ ਦਰਜ ਕਰਾ ਲਾ ਤੇ ਲੋਕ ਕਿਹਾ ਕਰਨਗੇ ਯਾਰ ਆ ਫਲਾਨਾ ਬੰਦਾ ਸਾਡੇ ਲਈ ਲੜਿਆ ਸੀ। ਹੁਣ ਚੋਇਸ ਸਾਡੀ ਆ। ਪੈਸੇ ਬਥੇਰੇ ਦੇਖੇ ਆ ਮੈਂ, ਜ਼ਿੰਦਗੀ ਬੜੀ ਆਰਾਮਦਾਇਕ ਦੇਖੀ ਆ ਜੀ। ਉੱਥੋਂ ਤੱਕ ਲਾਈਫ ਸਟਾਈਲ ਦੇਖਿਆ ਜਿੱਥੇ ਹਾਲੀਵੁੱਡ ਸਟਾਰਸ ਵੀ ਮੇਰੇ ਖਿਆਲ 'ਚ ਜਿਉਂਦੇ ਆ। ਪਰਮਾਤਮਾ ਦੀ ਬੜੀ ਮਿਹਰ ਰਹੀ ਆ ਉਸ ਲੈਵਲ ਤੇ ਵੀ। ਵਕਾਲਤ ਕੀਤੀ, ਉਹ ਵੀ ਟੌਪ ਦੀ ਪ੍ਰੈਕਟਿਸ ਸੀ। ਐਕਟਿੰਗ ਲਾਈਨ 'ਚ ਵੀ ਮੇਰਾ ਕਰੀਅਰ ਹੁਣੇ ਟੇਕ ਆਫ ਹੋਇਆ ਸੀ। ਤੇ ਪਰ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੈਂ ਕਦੇ ਸੜਕ ਤੇ ਬੈਠੂੰਗਾ, ਹਰ ਬੰਦੇ ਦੇ ਗਲੇ ਮਿਲੂੰਗਾ। ਮੈਂ ਸੱਚੀ ਦੱਸਦਾ ਜੀ, ਮੈਂ ਬਹੁਤ ਸਫਾਈ ਨੂੰ ਲੈ ਕੇ ਬੜਾ ਵਹਿਮੀ ਬੰਦਾ ਸੀ। ਜੇ ਤੁਸੀਂ ਮੈਨੂੰ ਕਹਿੰਦੇ ਵੀ ਆਹ ਗੱਦਿਆਂ ਤੇ ਬਹਿ ਜਾ, ਇੱਥੇ ਜੁੱਤੇ ਲੈ ਕੇ ਫਿਰਦੇ ਰਹਿੰਦੇ ਆ, ਮੈਂ ਹੋ ਸਕਦਾ ਅੱਜ ਤੋਂ 4 ਮਹੀਨੇ ਪਹਿਲਾਂ ਬੈਠ ਹੀ ਨਾ ਸਕਦਾ। ਪਰ ਜੇ ਤੁਸੀਂ ਅੱਜ ਮੈਨੂੰ ਪੁੱਛੋ ਵੀ ਇਹ ਕਿਉਂ ਹੋਇਆ, ਇਹ ਉਹੀ ਇੰਟਿਊਸ਼ਨ ਆ ਜਾਂ ਸਬਕੌਨਸ਼ੀਅਸ ਮਾਈਂਡ ਆ ਜਿਹਨੂੰ ਆਰਟੀਕੂਲੇਟ ਕਰਨਾ ਕਈ ਵਾਰੀ ਬੜਾ ਔਖਾ। ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਵਕਾਲਤ ਕੀਤੀ, ਟੌਪ ਦੀ ਕੀਤੀ। ਜੇ ਹਾਲੀਵੁੱਡ ਵਾਲੇ ਪਾਸੇ ਤੁਸੀਂ ਦੱਸਿਆ ਵੀ ਉਹ ਰੰਗ ਦੇਖ ਲਏ ਜਿਹੜੇ ਕਿਸੇ ਨੂੰ ਨਸੀਬ ਹੁੰਦੇ ਨੇ। ਤੀਜੇ ਨੰਬਰ ਦੇ ਉੱਪਰ ਤੁਸੀਂ ਹੋਰ ਅਨੇਕਾਂ ਘਟਨਾਵਾਂ ਕੀਤੀ, ਉਹ ਸਾਰੀਆਂ ਚੀਜ਼ਾਂ ਤੋਂ ਪਿੱਛੇ ਕਿਉਂ ਹਟੇ? ਕਾਮਯਾਬੀ ਨਹੀਂ ਦਿਸੀ ਤਾਂ ਬੈਕ ਗੇਅਰ ਪਾ ਲਿਆ, ਜਾਂ ਕੀ ਕਾਰਨ ਐਸਾ ਕੀ ਬਣਿਆ? ਜੇ ਮੰਨ ਲਓ ਤੁਸੀਂ ਟੌਪ ਦੇ ਲਾਇਰ, ਜਿਵੇਂ ਦੱਸਿਆ ਵੀ ਮੈਂ ਟੌਪ ਦੀ ਵਕਾਲਤ ਕੀਤੀ ਹੈ, ਕਿ ਉਹ ਛੱਡ ਕਿਉਂ ਦਿੱਤੀ? ਹਾਲੀਵੁੱਡ ਵਾਲੇ ਪਾਸੇ ਗਏ, ਇੱਕਦਮ ਬੈਕ ਕਿਉਂ ਆ ਗਏ? ਇਹ ਵੀ ਚੀਜ਼ਾਂ ਕਿਤੇ ਨਾ ਕਿਤੇ ਸਟੱਡੀ ਦੇ ਨਾਲ ਅਸੀਂ ਨਹੀਂ ਜੋੜਦੇ, ਪਰ ਵਿਰੋਧੀ ਜ਼ਰੂਰ ਜੋੜ ਕੇ ਦੇਖੇਗਾ ਵੀ ਇਹ ਸਾਰੀਆਂ ਜਿਹਨੂੰ ਹੁਣ ਇਹ ਚੀਜ਼ ਮਿਲ ਜਾਵੇ ਉਹ ਬੈਕ ਕਿਉਂ ਆਏਗਾ। ਤੇ ਜੇ ਦੀਪ ਸਿੱਧੂ ਬੈਕ ਆਇਆ ਹੈ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਕੋਈ ਇਸ ਤਰੀਕੇ ਦੀ ਸੌਦੇਬਾਜ਼ੀ ਤੇ ਹੋਈ ਹੋਵੇਗੀ। ਲੋਕਾਂ ਦਾ ਕਹਿਣਾ ਹੈ ਹਰਪ੍ਰੀਤ ਸਿੰਘ ਮਖੂ ਉਹ ਲੋਕਾਂ ਦੀ ਆਵਾਜ਼ ਲੈ ਕੇ ਤੁਹਾਡੇ ਕੋਲੇ ਆਇਆ। ਗੱਲ ਐਂ ਆ ਜੀ, ਜਦੋਂ ਮੈਂ ਪ੍ਰੈਕਟਿਸ ਕਰਦਾ ਸੀ ਨਾ, ਪਹਿਲਾਂ ਮੈਂ ਸਪੋਰਟਸਮੈਨ ਸੀ, ਬਾਸਕਟਬਾਲ ਖੇਡੀ, ਨੈਸ਼ਨਲ ਚੈਂਪੀਅਨਸ਼ਿਪਸ ਖੇਡੀਆਂ, ਇੰਟਰਵਰਸਿਟੀ ਵੀ ਖੇਡੀ ਪੂਨਾ ਯੂਨੀਵਰਸਿਟੀ ਤੋਂ, ਲਾਅ ਕੀਤਾ ਉੱਥੋਂ। ਲਾਅ ਕਰਨ ਤੋਂ ਬਾਅਦ ਮੈਂ ਸੋਲਿਸਿਟਰਸ ਕੀਤੀ ਇੰਗਲੈਂਡ ਤੋਂ। ਪਰ ਇੱਕ ਗੱਲ ਆਪਾਂ ਇਹ ਸਮਝੀਏ ਵੀ ਆ ਕੇ ਮੈਂ ਪਹਿਲਾਂ ਇੱਕ ਹੈਮੰਡਸ ਲਾਅ ਫਰਮ ਸੀ, ਬ੍ਰਿਟਿਸ਼ ਲਾਅ ਫਰਮ, ਉਹਦੇ ਨਾਲ ਪ੍ਰੈਕਟਿਸ ਕੀਤੀ। ਉਦੋਂ ਬਾਅਦ ਮੈਂ ਬੰਬੇ ਪ੍ਰੈਕਟਿਸ ਕਰਨ ਲੱਗ ਗਿਆ ਤੇ ਪ੍ਰੈਕਟਿਸ 'ਚ ਪ੍ਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਐਡੀ ਜ਼ਿਆਦਾ ਕਾਮਯਾਬੀ ਬਖਸ਼ੀ ਵੀ ਇੱਕ ਟਾਈਮ ਜਿਹੜਾ ਫਿਲਮ ਇੰਡਸਟਰੀ ਆ ਉਹਦਾ ਮੰਨਿਆ ਪ੍ਰਮੰਨਿਆ ਲਾਇਰ ਜੇ ਆਪਾਂ ਕਹੀਏ ਤਾਂ ਉਹਨਾਂ ਨਾਵਾਂ 'ਚ ਮੈਂ ਸ਼ਾਮਲ ਹੋ ਗਿਆ ਜੀ। ਕਿਤੇ ਨਾ ਕਿਤੇ ਮੈਨੂੰ ਐਂ ਲੱਗਿਆ ਵੀ ਮੇਰੀ ਜੇ ਅੰਦਰ ਦੀ ਜਿਹੜੀ ਇੱਕ ਇਨੋਸੈਂਸ ਆ ਨਾ, ਉਹ ਇਸ ਪਦਾਰਥਵਾਦ ਅਤੇ ਮਟੀਰੀਅਲਿਸਟਿਕ ਸੁਸਾਇਟੀ ਨੇ ਉਹਨੂੰ ਡਿਸਟਰੋਏ ਕਰ ਦੇਣਾ, ਜਾਂ ਮੇਰੀ ਇੱਕ ਪਰਸਨੈਲਿਟੀ ਨੂੰ ਇਸ ਜਿਹੜਾ ਸਾਰਾ ਲੀਗਲ ਫੀਲਡ ਦਾ ਇੱਕ ਵਰਤਾਰਾ ਵੀ 24 ਘੰਟੇ ਤੁਸੀਂ ਲੋਕਾਂ ਦੀਆਂ ਟੈਨਸ਼ਨਾਂ ਹੀ ਆਪਦੇ ਸਿਰ ਤੇ ਲੈ ਕੇ ਫਿਰਦੇ ਰਹੋ, ਉਹਨੂੰ ਚੇਂਜ ਕਰ ਦੇਣਾ। ਤੇ ਮੇਰੇ ਤੋਂ ਨਹੀਂ ਹੋ ਰਿਹਾ ਇਹ। ਤੇ ਕ੍ਰੀਏਟਿਵ ਫੀਲਡ 'ਚ ਮੇਰੀ ਪਹਿਲਾਂ ਤੋਂ ਰੁਚੀ ਸੀ। ਇੱਕ ਦਿਨ ਮੈਂ ਉਹ ਸਾਰੀ ਦੁਕਾਨ ਹੀ
ਵਕਾਲਤ ਦੀ ਬੰਦ ਕਰਕੇ। ਮੇਰੀ ਆਪਦੀ ਲਾਅ ਫਰਮ ਸੀ ਲੈਕਸ ਲੀਗਲ, ਮੇਰੇ ਕੋਲੇ ਆਪਦੇ EMPLOYEES ਸੀ ਤੇ ਉਹਨੂੰ ਮੈਂ ਬੰਦ ਕਰਕੇ ਤੇ ਮੈਂ ਕਿਹਾ ਹੁਣ ਅੱਜ ਤੋਂ ਬਾਅਦ ਐਕਟਿੰਗ ਕਰਨੀ ਆ। ਅੱਛਾ, ਐਕਟਿੰਗ ਕਿਵੇਂ ਕਰਨੀ ਆ? ਤੁਸੀਂ ਦੇਖੋ, ਸਫ਼ਰ ਦੇਖੋ, ਸਫ਼ਰ ਹੀ ਸਭ ਕੁਝ ਦੱਸਦਾ ਹੁੰਦਾ ਸਾਨੂੰ ਵੀ ਬੰਦਾ ਇਹਦਾ ਕਿਰਦਾਰ ਪਤਾ ਲੱਗਦਾ। ਐਕਟਿੰਗ ਕਰਨੀ ਆ ਤਾਂ ਮੈਂ ਕਦੇ ਵੀ ਕਿਸੇ ਕੋਲੇ ਕੋਈ ਆਡੀਸ਼ਨ ਨਹੀਂ ਦੇਣ ਗਿਆ, ਕਿਸੇ ਪ੍ਰੋਡਕਸ਼ਨ ਹਾਊਸ 'ਚ ਕੰਮ ਮੰਗਣ ਨਹੀਂ ਗਿਆ। ਆਪ ਫਿਲਮਾਂ ਬਣਾਈਆਂ, ਆਪ ਪ੍ਰੋਡਕਸ਼ਨ ਹਾਊਸ ਸਿਰਜਿਆ ਤੇ ਆਪ ਫਿਲਮਾਂ ਕੀਤੀਆਂ। ਅੱਜ ਤੱਕ ਕਦੇ ਦਿਓਲਸ ਮੇਰਾ ਪਰਿਵਾਰ ਸੀ, ਚਲੋ ਅੱਜ ਰਿਲੇਸ਼ਨ ਬੜੇ ਸਿਖਾਵੇਂ ਨਹੀਂ ਰਹੇ ਕਿਉਂਕਿ ਜਿਹੜਾ ਮੈਂ ਸਟੈਂਡ ਲੈ ਲਿਆ, ਕਦੇ ਉਹਨਾਂ ਨੂੰ ਨਹੀਂ ਕਿਹਾ ਸੀ, ਕਦੇ ਸੰਜੇ ਬੰਸਾਲੀ ਨੂੰ ਕਿਹਾ ਨਹੀਂ ਸੀ, ਕਦੇ ਮੈਂ ਜਤਿੰਦਰ ਕਪੂਰ ਜਾਂ ਏਕਤਾ ਕਪੂਰ ਉਹਨਾਂ ਦਾ ਮੈਂ ਲੀਗਲ ਹੈਡ ਰਿਹਾ, ਪਰਿਵਾਰ ਵਾਂਗੂ ਮੰਨਦੇ ਆ, ਕਦੇ ਉਹਨਾਂ ਨੂੰ ਨਹੀਂ ਕਿਹਾ ਮੈਨੂੰ ਕੰਮ ਦਿਓ। ਕਦੇ ਮੈਂ ਹੋਰ ਸ਼ਾਹਰੁਖ ਖਾਨ ਜਾਂ ਉਹਨਾਂ ਦਾ ਵੀ ਵਕੀਲ ਆ, ਡਿਜ਼ਨੀ ਇੰਡੀਆ ਦਾ ਵਕੀਲ ਰਿਹਾ, PVR ਪਿਕਚਰਸ, PVR ਸਿਨੇਮਾ ਜਿਹੜੇ ਬਿਜਲੀ ਬ੍ਰਦਰਜ਼ ਆ ਉਹਨਾਂ ਦਾ ਵਕੀਲ ਰਿਹਾ, ਸੋਨੀ ਪਿਕਚਰਸ LA ਤੋਂ ਚੱਲਦੇ ਆ ਉਹਨਾਂ ਦਾ ਵਕੀਲ ਰਿਹਾ। ਕਿਸੇ ਨੂੰ ਨਹੀਂ ਕਿਹਾ ਮੈਨੂੰ ਕੰਮ ਦਿਓ, ਨਾ ਕਿਤੇ ਜਾ ਕੇ ਬੈਠਾ। ਆਪ ਕੰਮ ਪੈਦਾ ਕੀਤਾ, ਆਪ ਫਿਲਮਾਂ ਬਣਾਈਆਂ, ਆਪ ਫਿਲਮਾਂ ਰਿਲੀਜ਼ ਕੀਤੀਆਂ। ਹੁਣ ਮਕਬੂਲੀਅਤ ਕਿੱਥੋਂ ਹੋਈ? ਮੇਰੀ ਸੈਕਿੰਡ ਫਿਲਮ ਜੋਰਾ 10 ਨੰਬਰੀਆ ਤੋਂ ਮੈਨੂੰ ਜੋਰਾ ਕਹਿਣ ਲੱਗ ਗਏ। ਦੀਪ ਦਾ ਨਾਂ ਕੋਈ ਨਹੀਂ ਜਾਣਦਾ ਸੀ, ਜੋਰਾ ਬਾਈ ਹੋ ਗਿਆ। ਜੋਰਾ ਉਦੋਂ ਸਰਸੇ ਵਾਲਾ ਸਾਧ ਸੀ ਜਿਹੜਾ, ਉਹਦਾ ਚੱਕਰ ਚੱਲ ਪਿਆ ਤੇ ਜਦੋਂ ਫਿਲਮ ਰਿਲੀਜ਼ ਹੋਈ ਤੇ ਕਰਫਿਊ ਲੱਗ ਪਿਆ। ਫਿਲਮ ਉਦੋਂ ਥੀਏਟਰ 'ਚ ਨਹੀਂ ਚੱਲੀ ਇੰਨੀ, ਪਰ ਬਾਅਦ 'ਚ ਨੈਟਫਲਿਕਸ ਤੇ ਲੋਕਾਂ ਨੇ ਦੇਖ ਕੇ, ਜਿਵੇਂ ਪੰਜਾਬੀ ਕਹਿੰਦੇ ਹੁੰਦੇ ਆ, ਤੁੱਕੀ ਕੱਢਤੀ। ਹੁਣ ਸੈਕਿੰਡ ਚੈਪਟਰ, ਉਦੋਂ ਬਾਅਦ ਇੱਕ ਹੋਰ ਫਿਲਮ ਆਈ ਰੰਗ ਪੰਜਾਬ, ਫਿਰ ਇੱਕ ਫਿਲਮ ਸਾਡੇ ਵਾਲੇ ਕੀਤੀ, ਉਹ ਹਜੇ ਰਿਲੀਜ਼ ਹੋਣੀ ਆ ਪੰਜਾਬ ਤੇ। ਬਹੁਤ ਕਮਾਲ ਦੀ ਫਿਲਮ ਆ ਉਹ, ਸਪੋਰਟਸਮੈਨ ਦੀ ਕਹਾਣੀ ਆ। ਫਿਰ ਜੋਰਾ ਦਾ ਸੈਕਿੰਡ ਚੈਪਟਰ ਕੀਤੀ। ਜੋਰਾ ਦਾ ਸੈਕਿੰਡ ਚੈਪਟਰ 'ਚ ਮਕਬੂਲੀਅਤ ਹੋਰ ਜ਼ਿਆਦਾ, ਸਕਸੈਸ ਹੋਰ ਜ਼ਿਆਦਾ ਮਿਲੀ ਤੇ ਕਮਰਸ਼ੀਅਲ ਸਕਸੈਸ ਵੀ ਹੋਈ। ਹੁਣ ਅੱਜ ਮੇਰਾ ਇਹ ਪ੍ਰੋਫੈਸ਼ਨ ਟੇਕ ਆਫ ਹੋ ਗਿਆ। ਜਿੱਥੇ ਜਾਂਦਾ ਸੀ ਜੋਰਾ ਬਾਈ, ਸਨੀ ਬਾਈ ਦੀ ਇਲੈਕਸ਼ਨ ਲੜੀ ਜੋਰਾ ਬਾਈ, ਜੋਰਾ ਦੀਪ ਸਿੱਧੂ ਨੂੰ ਨਹੀਂ ਜੋ ਲੋਕ ਜਾਣਦੇ ਸੀ। ਇੱਕ ਦਿਨ ਉਸ ਟੇਕ ਆਫ ਕਰੀਅਰ ਤੋਂ ਛੱਡ ਕੇ ਹੁਣ ਜੋਰਾ ਸੈਕਿੰਡ ਚੈਪਟਰ ਤੋਂ ਬਾਅਦ ਜੋਰਾ ਰੀਲੋਡਡ ਦਾ ਪੋਸਟਰ ਤਿਆਰ ਆ, ਸਕ੍ਰਿਪਟ ਤਿਆਰ ਆ, ਸੀ ਸ਼ੂਟ ਕਰਨਾ ਸੀ। ਪਰ ਜਿੱਥੇ ਮੈਂ ਬੈਠਾ ਅੱਜ, ਜੇ ਮੈਂ ਪੋਸਟਰ ਰਿਲੀਜ਼ ਕਰੂੰਗਾ ਕਹਿਣਗੇ ਕਿਉਂ, ਦੇਖਿਆ ਸੀ ਨਾ ਇਸ ਕੰਮ ਖਾਤਰ ਆਇਆ ਸੀ। ਜੇ ਮੈਂ ਅੱਜ ਸ਼ੂਟ ਸਟਾਰਟ ਕਰ ਲੂੰਗਾ ਕਹਿਣਗੇ ਦੇਖਿਆ ਇਹ ਤਾਂ ਐਕਟਰ ਐਂ ਕਰਦੇ ਹੁੰਦੇ ਆ, 10 ਦਿਨ ਲਾ ਗਏ ਤੇ ਮੁੜ ਕੇ ਤੁਰ ਗਿਆ। ਸੋਚੋ, ਉਹ ਸਾਰਾ ਕੁਝ ਵੀ ਬੈਕ ਐਂਡ ਤੇ ਰੱਖ ਕੇ ਅੱਜ ਮੈਂ ਸੜਕ ਤੇ ਬੈਠਾ। ਔਰ ਸੜਕ ਤੇ ਬੈਠਣਾ, ਇੱਕ ਹੋਰ ਗੱਲ ਸਮਝਣ ਦੀ ਸਾਨੂੰ ਜ਼ਰੂਰਤ ਆ। ਜਦੋਂ ਤੁਸੀਂ ਇੱਕ ਜ਼ਿੰਦਗੀ ਦੇਖੀ ਹੋਵੇ ਜਿਹਦੇ 'ਚ ਤੁਹਾਨੂੰ ਐਸ਼ ਆਰਾਮ ਵੀ ਹੋਵੇ, ਇੱਕ ਲਗਜ਼ਰੀ ਲਾਈਫ ਦੇਖੀ ਹੋਵੇ। ਮੇਰੇ ਕੋਲੇ ਮੈਂ 2.5 ਕਰੋੜ ਦੀ ਕਾਰ ਚਲਾਉਣਾ ਜੀ, ਪੋਸ਼ 911 ਬੰਬੇ ਖੜੀ ਆ, ਬੈਟਰੀ ਡਾਊਨ ਹੋ ਗਈ, 2 ਮਹੀਨੇ ਹੋ ਗਏ, ਉਹਨੂੰ ਕੋਈ ਚਲਾ ਨਹੀਂ ਰਿਹਾ। ਹੁਣ ਉਸ ਲਾਈਫ ਨੂੰ ਛੱਡ ਕੇ, ਜਿਵੇਂ ਜਦੋਂ ਤੁਸੀਂ ਲਗਜ਼ਰੀ ਲਾਈਫ ਨੂੰ ਛੱਡ ਕੇ ਕਿਤੇ ਥੱਲੇ ਆ ਕੇ ਜਾਓਗੇ ਨਾ, ਬਹੁਤ ਔਖਾ ਹੁੰਦਾ। ਥੱਲੇ ਉੱਤੇ ਜਾਣਾ ਬਹੁਤ ਸੌਖਾ, ਪਰ ਉੱਤੇੋਂ ਥੱਲੇ ਆ ਕੇ ਲਾਈਫ ਦੂਜੀ ਜਿਉਣੀ ਬਹੁਤ ਔਖੀ ਆ। ਇਹਨੂੰ ਉਹੀ ਸਮਝ ਸਕਦਾ ਜਿਹਦੇ ਨਾਲ ਵਾਪਰਦੀ ਆ, ਦੂਜੇ ਇਹਨੂੰ ਸਮਝ ਨਹੀਂ ਸਕਦੇ ਆ। ਸੋ ਮੇਰੀ ਜ਼ਿੰਦਗੀ ਦੇ ਜਿਹੜੇ ਪੜਾਅ ਰਹੇ ਆ ਨਾ, ਉਹ ਐਂ ਰਹੇ ਆ, ਫੁਰਨੇ ਹੀ ਆਉਂਦੇ ਆ ਤੇ ਮੈਂ ਇੱਕਦਮ ਉਹਨਾਂ ਫੁਰਨਿਆਂ ਦੇ ਨਾਲ ਗਾਈਡ ਹੋ ਕੇ ਉਧਰ ਨੂੰ ਤੁਰ ਪੈਣਾ। ਹੁਣ ਇੱਥੇ ਜਿਹੜੇ ਬੰਦੇ ਨੇ 10 ਕਰੋੜ 12 ਕਰੋੜ ਆਪਦਾ ਹੀ ਫਿਲਮਾਂ ਤੇ ਲਾਤਾ ਹੋਵੇ, ਕਿੰਨੀ ਕੁ ਸੌਦੇਬਾਜ਼ੀ ਕਰ ਲੈਣਗੇ ਮੇਰੇ ਨਾਲ, ਕਿੰਨੇ ਕੁ ਪੈਸੇ ਦੇ ਦੇਣਗੇ ਮੈਨੂੰ, ਕਿਵੇਂ ਖਰੀਦ ਲੈਣਗੇ ਮੈਨੂੰ। ਔਰ ਉਹ ਵੀ ਮੈਂ ਆਪਦੇ ਆਪ ਤੇ ਗਦਾਰ ਦਾ ਠੱਪਾ ਲਾ ਕੇ ਖਰੀਦਿਆ ਜਾਊਂਗਾ ਕਿਤੇ। ਮੇਰਾ ਪਰਿਵਾਰ ਪੰਜਾਬ 'ਚ ਰਹਿੰਦਾ, ਮੇਰਾ ਕੀ ਕੁਛ ਉੱਥੇ ਬਰਬਾਦ ਹੋਊਗਾ ਸੋਚੋ। ਉਹਨਾਂ ਦਾ ਇਤਿਹਾਸ, ਮੇਰੀਆਂ ਪੁਸ਼ਤਾਂ, ਆਉਣ ਵਾਲੀਆਂ ਪੁਸ਼ਤਾਂ, ਅੱਜ ਡੋਗਰਿਆਂ ਨੂੰ ਕਿਵੇਂ ਯਾਦ ਕਰਦੇ ਆ ਆਪਾਂ। ਤੁਹਾਨੂੰ ਲੱਗਦਾ ਦੀਪ ਸਿੱਧੂ ਪੈਸੇ ਲੈ ਕੇ ਕਿਤੇ ਵਿਕ ਜੂਗਾ, ਆਪਦੇ ਸਿਦਕ ਤੋਂ ਹਟ ਜੂਗਾ ਦੀਪ ਸਿੱਧੂ? ਨਹੀਂ, ਇਹ ਉਸ ਗੁਰੂ ਨਾਨਕ ਸਾਹਿਬ ਦੀ ਤੇ 10ਵੇਂ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਸਿਧਾਂਤ ਆ ਨਾ, ਉਹ ਅੰਦਰ ਆ ਤੇ ਬਲ ਉਹਨੇ ਬਖਸ਼ਣਾ, ਨਿਭਾਉਣਾ ਉਹਨੇ ਆ। ਹਿੰਮਤ ਮੇਰੇ ਕੋਲੇ ਹੈਗੀ ਆ। ਪਰ ਸਰਕਾਰਾਂ, ਜਿਵੇਂ ਤੁਸੀਂ ਆਪ ਵੀ ਕਹਿੰਦੇ ਹੋ ਵੀ ਬਹੁਤ ਕੁਝ ਕਰ ਜਾਂਦੀਆਂ ਨੇ, ਔਰ ਸਾਨੂੰ ਵੀ ਪਤਾ ਵੀ ਸਰਕਾਰਾਂ ਬਹੁਤ ਕੁਝ ਕਰ ਜਾਂਦੀਆਂ ਨੇ। ਜਿਸ ਮੁੱਦੇ ਨੂੰ ਲੈ ਕੇ ਦੀਪ ਸਿੱਧੂ ਚੱਲਿਆ ਹੋਇਆ, ਲੱਗਦਾ ਵੀ ਦੀਪ ਸਿੱਧੂ ਦੇ ਕੈਰੀਅਰ ਦਾ ਨੁਕਸਾਨ ਕਰ ਸਕਦੀਆਂ ਨੇ। ਉਹੀ ਦੀਪ ਸਿੱਧੂ ਜਿਹੜਾ ਤੁਸੀਂ ਦੱਸਿਆ ਵੀ 2.5 ਕਰੋੜ ਦੀ ਗੱਡੀ ਦੇ ਵਿੱਚ ਮੈਂ ਨਿਕਲਦਾ ਵਾਂ, ਹਾਲੀਵੁੱਡ ਦਾ ਜਿਹੜਾ ਤੁਸੀਂ ਦੱਸਿਆ ਵੀ ਮੈਂ ਉਹ ਲਗਜ਼ਰੀ ਲਾਈਫ ਵੇਖ ਕੇ ਵਾਪਸ ਮੁੜਿਆ ਵਾਂ, ਜਿਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਵੀ ਮੱਛੀ ਪੱਥਰ ਚੱਟ ਕੇ ਮੁੜੀਏ, ਮੈਨੂੰ ਲੱਗਦਾ ਵੀ ਤੁਸੀਂ ਖਾ ਕੇ ਮੁੜਿਓ। ਉਹ ਸਾਰੀਆਂ ਚੀਜ਼ਾਂ ਦੀ ਜੇ ਆਪਾਂ ਗੱਲ ਕਰੀਏ ਤੇ ਇੱਕਦਮ ਦੀਪ ਸਿੱਧੂ ਇੱਥੇ ਬੈਠ ਗਿਆ। ਹੁਣ ਜਿਹੜੇ ਮੁੱਦਿਆਂ ਦੀ ਗੱਲ ਕਰਦਾ ਕਿ ਸਰਕਾਰਾਂ ਦੀਪ ਸਿੱਧੂ ਦਾ
ਕੀ ਨੁਕਸਾਨ ਕਰ ਸਕਦੀਆਂ ਨੇ? ਦੇਖੋ ਨੁਕਸਾਨ ਕੀ ਕਰਨਗੀਆਂ, ਆਰਥਿਕ ਤੌਰ ਤੇ ਹੀ ਕਰਨਗੀਆਂ ਨਾ, ਜਾਂ ਚੱਕ ਲੈਣਗੀਆਂ। ਬਥੇਰੇ ਮੁੰਡਿਆਂ ਨੂੰ ਚੱਕਿਆ, ਮੈਂ ਵੱਖਰਾ ਥੋੜ੍ਹੀ ਆ, ਕੋਈ ਜ਼ਬਰ ਜ਼ੁਲਮ ਕਰ ਦੇਣਗੀਆਂ। ਫਿਲਮਾਂ ਨਹੀਂ ਬਣਾਉਂਗਾ, ਕਿੱਡੀ ਕੁ ਗੱਲ ਹੈ ਇਹ? ਕੋਈ ਬਹੁਤ ਵੱਡੀ ਗੱਲ ਤਾਂ ਨਹੀਂ ਹੈ ਨਾ। ਫਿਲਮਾਂ ਕਿਉਂ ਬਣਾਉਣੇ ਆ ਅਸੀਂ? ਲੋਕਾਂ 'ਚ ਮਕਬੂਲ ਹੋਈਏ, ਪਿਆਰ ਮਿਲੇ, ਲੋਕ ਕੰਮ ਨੂੰ ਸਰਾਹੁਣ। ਗੱਲ ਤਾਂ ਪਿਆਰ ਤੇ ਸਰਾਹੁਣ ਦੀ ਹੈ ਨਾ, ਉਹ ਇਕੱਲੇ ਫਿਲਮਾਂ ਦੇ ਥਰੂ ਹੀ ਹੋ ਸਕਦਾ ਨਹੀਂ। ਆਹ ਕੀ ਕਰੀ ਜਾਂਦੇ ਆ ਅਸੀਂ? ਇਤਿਹਾਸ ਰਚੀ ਜਾਂਦੇ ਆ। ਇੱਥੇ ਪਿਆਰ ਤੇ ਜਿਹੜੀ ਹੱਲਾਸ਼ੇਰੀ ਤੇ ਜਿਹੜੇ ਸਰਾਹੁਣਗੇ, ਅਗਲੇ ਕਹਿਣਗੇ ਬਾਈ ਖੜ ਗਿਆ ਸੀ ਤੂੰ ਨਾਲ, ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ? ਸੋ ਉਹ ਨੁਕਸਾਨ ਬੜੇ ਵੱਡੇ ਨੁਕਸਾਨ ਨਹੀਂ ਹੁੰਦੇ, ਗੱਲ ਸਮਝਣ ਦੀ ਆ। ਸਿਰਫ ਕਰ ਦੇਣ ਨੁਕਸਾਨ, ਅੱਗੇ ਸਾਡਾ ਕੀਤਾ ਨਹੀਂ, ਕਿੰਨਿਆਂ ਦਾ ਕੀਤਾ। ਪਰਿਵਾਰ ਨੇ ਕਿ ਮੇਰੇ ਨੇ ਆਪ ਨੁਕਸਾਨ ਝੱਲਿਆ, ਤੁਹਾਡਿਆਂ ਨੇ ਵੀ ਝੱਲਿਆ ਹੋਊਗਾ, ਸਾਡੇ ਸਾਥੀਆਂ ਨੇ ਝੱਲਿਆ, ਸਾਡੇ ਵੀਰਾਂ ਨੇ, ਸਾਡੇ ਬਜ਼ੁਰਗਾਂ ਨੇ ਝੱਲਿਆ ਨੁਕਸਾਨ। ਪੰਜਾਬੀ ਸੂਬੇ ਦੀ ਲੜਾਈ ਲੜਦੇ ਰਹੇ, ਮੇਰਾ ਪੜਦਾਦਾ ਮੋਰਚੇ 'ਚ ਬੈਠ ਕੇ ਉਹ ਸ਼ਹੀਦੀਆਂ ਦੇ ਗਏ ਉਸ ਵੇਲੇ, ਤੇ ਸਾਡਾ ਤਾਂ ਖੂਨ 'ਚ ਪਈ ਆ ਇਹ ਗੱਲ, ਉਹ ਤੋਂ ਕਿਵੇਂ ਪਾਸੇ ਹੋ ਜਾਈਏ? ਸੋ ਗੱਲ ਉਹ ਨੁਕਸਾਨ ਕੋਈ ਬਾਹਲੀ ਵੱਡੀ ਗੱਲ ਨਹੀਂ ਹੁੰਦੀ ਜੀ। ਗੱਲ ਜਾਂ ਵੱਧ ਤੋਂ ਵੱਧ ਇਹੀ ਆ, ਆਰਥਿਕ ਤੌਰ ਤੇ ਨੁਕਸਾਨ ਕਰ ਦੇਣਗੇ। ਅੱਜ ਜੇ ਚੱਕ ਕੇ ਲੈ ਜਾਣਗੇ, ਪਿੱਛੇ ਤੁਸੀਂ ਖੜੇ ਹੋ ਨਾ ਸਾਰੇ। ਸੋ ਐਡੀ ਵੱਡੀ ਸ਼ਕਤੀ ਮੇਰੇ ਕੋਲੇ ਵੀ ਆ, ਫਿਰ ਉਹ ਅਕਾਲ ਪੁਰਖ ਆਪ ਪ੍ਰੋਟੈਕਟ ਕਰ ਰਿਹਾ। ਸੋ ਇਹਨਾਂ ਗੱਲਾਂ ਦੇਖੋ, ਸ਼ੁਰੂ 'ਚ ਜਦੋਂ ਇਹ ਇਵੋਲਵ ਹੋਈਦਾ, ਹੌਲੀ ਹੌਲੀ ਨਾ ਅਸੀਂ ਇਵੋਲਵ ਹੁੰਦੇ ਆ, ਮੂਵਮੈਂਟ 'ਚ ਵੀ ਇਵੋਲਵ ਹੁੰਦੇ ਆ, ਤੇ ਐਜ਼ ਅ ਹਿਊਮਨ ਬੀਇੰਗ ਵੀ ਇਵੋਲਵ ਹੁੰਦੇ ਆ। ਜਦੋਂ ਮੈਂ ਤੁਰਿਆ ਸੀ, ਹੋ ਸਕਦਾ ਮੈਂ 10 ਗੱਲਾਂ ਸੋਚਦਾ ਹੋਵਾਂ, ਪਰ ਹੌਲੀ ਹੌਲੀ ਮੈਂ ਇਸ ਮੌਕੇ ਤੇ ਆ ਗਿਆ ਵੀ ਹੁਣ ਉਹ ਗੱਲਾਂ ਬਾਹਲੀਆਂ ਮਾਇਨੇ ਨਹੀਂ ਰੱਖਦੀਆਂ ਜੀ। ਜਿਵੇਂ ਤੁਸੀਂ ਗੱਲ ਕੀਤੀ ਵੀ ਦਿਓਲ ਪਰਿਵਾਰ ਨਾਲ ਮੇਰੇ ਬਹੁਤ ਅੱਛੇ ਰਿਲੇਸ਼ਨ ਸਨ। ਜਦੋਂ ਇਲੈਕਸ਼ਨ ਲੜੀ ਤੇ ਉਦੋਂ ਵੀ ਮੈਂ ਉੱਥੇ ਆਇਆ, ਪੂਰਾ ਸਾਥ ਦਿੱਤਾ, ਔਰ ਲੋਕ ਮੈਨੂੰ ਜੋਰਾ ਕਹਿ ਕੇ ਉੱਥੇ ਯਾਦ ਕਰਦੇ ਸਨ ਜਾਂ ਅੱਗੇ ਮਿਲਦੇ ਸਨ। ਜਿਵੇਂ ਆਮ ਕਰਕੇ ਹੁੰਦਾ ਵੀ ਫਿਲਮੀ ਐਕਟਰ ਆ ਜਾਵੇ, ਕਿਸੇ ਬੰਦੇ ਦਾ ਸੰਘਰਸ਼ ਵਿੱਚ ਕਿੰਨਾ ਕੁਝ ਰੁੜ ਗਿਆ ਹੋਵੇ, ਉਹਦੇ ਨਾਲ ਕਈ ਵਾਰੀ ਪਿਕ ਨਹੀਂ ਕਰਾਉਂਦੇ। ਇਹ ਸੱਚ ਹੈ। ਕਿਸੇ ਨੇ ਕਿੰਨੀਆਂ ਕਿਤਾਬਾਂ ਲਿਖੀਆਂ ਹੋਣ, ਉਹਦੇ ਨਾਲ ਅੱਗੇ ਹੋ ਕੇ ਕਈ ਵਾਰੀ ਪਿਕ ਨਹੀਂ ਕਰਾਉਂਦੇ। ਫਿਰ ਕੋਈ ਕਿਸੇ ਫਿਲਮ ਦੇ ਵਿੱਚੋਂ, ਕਿਸੇ ਗਾਣੇ ਵਿੱਚੋਂ ਆਇਆ ਹੋਵੇ ਤਾਂ ਸਾਰਾ ਹਜੂਮ ਉੱਧਰ ਤੁਰ ਪੈਂਦਾ। ਇਹ ਆਮ ਕਰਕੇ ਸਾਡੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦਾ। ਇਹ ਵੀ ਸਾਡੇ ਵਿਵੇਕ ਦੀ ਘਾਟ ਹੈ। ਇਹ ਸਾਡੇ ਵਿਵੇਕ ਦੀ ਘਾਟ ਕਰਕੇ ਹੋਇਆ ਵੀ ਕਈ ਵਾਰੀ ਦੇਖੋ, ਤੁਸੀਂ ਤੇ ਦੱਸਿਆ ਵੀ ਮੈਂ ਸੰਘਰਸ਼ ਨੂੰ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਵੀ ਦਿੱਤਾ, ਪਰ ਕਈ ਵਾਰੀ ਮੈਂ ਦੇਖਿਆ ਲੱਲੂ ਪੰਜੂ ਜੇ ਹੁੰਦੇ ਨੇ ਨਾ, ਸੁਰਖ ਹੈ ਨਾ ਤਾਲ ਹੈ ਨਾ ਲੈਖ ਹੈ, ਕੁਝ ਵੀ ਨਹੀਂ ਹੁੰਦਾ, ਉਹ ਵੀ ਪੰਜਾਬ ਦੀ ਜਵਾਨੀ ਨੂੰ ਮਗਰ ਲਾ ਲੈਂਦੇ ਨੇ। ਜਿਵੇਂ ਤੁਸੀਂ ਦੱਸਿਆ ਵੀ ਉੱਥੇ ਲੋਕ ਆਉਂਦੇ ਸੀ, ਮਿਲਦੇ ਸੀ, ਤੁਹਾਨੂੰ ਜੋਰਾ ਕਹਿੰਦੇ ਸੀ, ਉਦੋਂ ਤੁਹਾਡਾ ਕਿੰਨਾ ਕੁ ਪਿਆਰ ਹੋਵੇਗਾ ਵੀ ਉਹਨੇ ਆਪਣੇ ਇਲੈਕਸ਼ਨ ਦੇ ਵਿੱਚ ਕਿਹਾ ਵੀ ਜੋਰੇ ਤੂੰ ਮੇਰੇ ਨਾਲ ਆ, ਹੈ ਨਾ? ਹੁਣ ਉਹ ਬੀਜੇਪੀ ਦੇ ਨੇ, ਔਰ ਇਸ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਦੇ ਹੱਕ ਦੇ ਵਿੱਚ ਨੇ, ਤੇ ਫਿਰ ਨੈਚੁਰਲੀ ਗੱਲ ਹੈ ਕਿ ਜਿਹੜਾ ਕਾਨੂੰਨ ਦੇ ਹੱਕ ਦੇ ਵਿੱਚ ਹੋਵੇਗਾ, ਉਹ ਫਿਰ ਜੋਰਾ 10 ਨੰਬਰੀਆ ਦੇ ਤੇ ਵਿਰੋਧ ਵਿੱਚ ਹੀ ਆਵੇਗਾ। ਨਹੀਂ ਜੀ, ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਜਿਹੜੀ ਅੱਜ ਦੀ ਸਰਕਾਰ ਆ ਨਾ, ਬੀਜੇਪੀ ਜਿਹਨੂੰ ਕਹਿੰਦੇ ਆ, ਉਹ ਬੰਦਿਆਂ ਨੂੰ ਵਰਤਦੀ ਆ, ਵਰਤ ਕੇ ਉਹਨਾਂ ਨੂੰ ਹਿਊਮਿਲੇਟ ਕਰਦੀ ਆ। ਜੇ ਮੈਂ ਸਨੀ ਬਾਈ ਦੀ ਗੱਲ ਦੱਸਾਂ, ਜੇ ਅਸਲ ਤੌਰ ਤੇ ਪੁੱਛੋ, ਬੰਦੇ ਬਹੁਤ ਚੰਗੇ ਆ, ਦਿਲ ਦੇ ਵੀ ਸਾਫ਼ ਆ, ਉਹਨਾਂ ਨੂੰ ਪੋਲੀਟੀਕਲ ਸਮਝ ਹੈ ਨਹੀਂ, ਉਹਨਾਂ ਨੂੰ ਵਰਤ ਲਿਆ ਗਿਆ। ਇਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਸੀ, ਪਰ ਮੇਰੇ ਤੋਂ ਸੱਚ ਨੂੰ ਰੋਕਿਆ ਨਹੀਂ ਜਾਂਦਾ। ਹੁਣ ਉਹ ਬੰਦੇ ਨੂੰ, ਜਦੋਂ ਬੰਦਾ ਮਰਾਠਵਾੜਾ 'ਚ ਪਲਿਆ ਹੋਵੇ, ਪੰਜਾਬ ਦੀ ਧਰਤੀ ਦੀ ਸੈਂਸ ਆਫ ਬਿਲੋਂਗਿੰਗ ਹੀ ਨਹੀਂ ਹੋ ਸਕਦੀ। ਉਹਨਾਂ ਨੂੰ ਪਤਾ ਹੀ ਨਹੀਂ ਗੱਲ ਕਿੱਥੇ ਆ। ਜੇ ਪਤਾ ਹੁੰਦੀ ਖੜਦੇ ਨਾਲ, ਪਰ ਉਹਨਾਂ ਨੂੰ ਪਤਾ ਨਹੀਂ। ਉਹ ਸਰਕਾਰ ਦੇ ਨੈਰੇਟਿਵ 'ਚ ਆ ਗਏ, ਜਿਵੇਂ ਬਾਕੀ ਹੋਰ ਬਹੁਤ ਬੰਦੇ ਆ ਗਏ। ਸਰਕਾਰ ਪ੍ਰਭਾਵਿਤ ਕਰਦੀ ਆ ਉਹਨਾਂ ਬੰਦਿਆਂ ਨੂੰ, ਸਾਨੂੰ ਨਹੀਂ ਕਰ ਸਕਦੀ। ਸਾਡੀ ਸੈਂਸ ਆਫ ਬਿਲੋਂਗਿੰਗ ਇਸ ਧਰਤੀ ਤੋਂ ਤੁਰੀ ਆ। ਮੈਂ ਇੱਥੇ ਜੰਮਿਆ ਪਲਿਆ, ਪਿੰਡਾਂ 'ਚ ਰਿਹਾ, ਕਿਸਾਨੀ ਨੂੰ ਵੀ ਸਮਝਦਾ, ਖੇਤੀ ਦਾ ਕੰਮ ਵੀ ਕੀਤਾ, ਆਪਦੇ ਬਜ਼ੁਰਗਾਂ ਨਾਲ ਵੀ ਰਹੇ ਆ, ਤੇ ਹਜੇ ਵੀ ਬਹੁਤ ਵੱਡੇ ਕਿਤੇ ਨਾ ਕਿਤੇ ਅੰਦਰੋਂ ਬਹੁਤ ਵੱਡੇ ਢੰਗ ਨਾਲ ਰੂਹਾਂ ਤੋਂ ਜੁੜੇ ਹੋਏ ਆ, ਹੈ ਨਾ? ਸੋ ਜਦੋਂ ਉਹਨਾਂ ਦਾ ਬਚਪਨ ਮਰਾਠਵਾੜਾ 'ਚ ਬੀਤਿਆ ਹੋਵੇ, ਮੇਰਾ ਬਚਪਨ ਪੰਜਾਬ 'ਚ ਬੀਤਿਆ ਹੋਵੇ, ਕਿੱਡਾ ਵੱਡਾ ਫਰਕ ਹੋਊਗਾ ਇਸ ਗੱਲ ਦਾ। ਪਰ ਸਾਡੇ 'ਚ ਇੱਕ ਘਾਟ ਆ ਪੰਜਾਬੀਆਂ 'ਚ, ਅਸੀਂ ਬਹੁਤ ਛੇਤੀ ਜੱਜ ਕਰ ਲੈਂਦੇ ਆ, ਸਰਕਮਸਟੈਂਸਿਸ ਨੂੰ ਨਹੀਂ ਸਮਝਦੇ। ਆਸ-ਪਾਸ ਉਸ ਵੇਲੇ ਦੇ ਕਿਸੇ ਇਤਿਹਾਸ ਦੀ ਸ਼ਖਸੀਅਤ ਨੂੰ ਵੀ ਅਸੀਂ ਕਿਵੇਂ ਸਮਝਦੇ ਹਾਂ ਵੀ ਅੱਛਾ ਉਹਨੇ ਆਹ ਗੱਲ ਕਹੀ ਸੀ, ਉਹ ਐਂ ਹੀ ਹੋਊਗਾ। ਪਰ ਜਦੋਂ ਇਤਿਹਾਸ ਦੀ ਸ਼ਖਸੀਅਤ ਨੂੰ ਅਸੀਂ ਸਮਝਣਾ ਹੋਵੇ, ਉਹਦੇ ਤੇ ਬਹੁਤ ਵੱਡੀ ਸਟੱਡੀ ਦੀ ਜ਼ਰੂਰਤ ਹੁੰਦੀ ਆ। ਉਦੋਂ ਰਾਜਸੀ ਮਾਹੌਲ ਕੀ ਸੀ, ਸਮਾਜਿਕ ਮਾਹੌਲ ਕੀ ਸੀ, ਉਦੋਂ ਈਵਨ এনवायरमेंटल ਮਾਹੌਲ ਕੀ ਸੀ, ਉਸ ਵੇਲੇ ਉਹਨਾਂ ਸਾਰੇ ਪਹਿਲੂਆਂ ਨੂੰ ਕਰਕੇ ਤੁਸੀਂ ਮਾੜੀ ਮੋਟੀ ਉਹਦੀ ਸਟੀਕ ਢੰਗ ਨਾਲ
ਨੌਲੇਜ ਰੱਖ ਸਕਦੇ ਹੋ। ਜੇ ਇਤਿਹਾਸ ਦੀ ਸ਼ਖਸੀਅਤ ਨੂੰ ਤੁਸੀਂ ਜੱਜ ਕਰਕੇ ਪੇਸ਼ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਉਹ ਬਹੁਤ ਮਾੜੀ ਗੱਲ ਆ। ਇਹ ਤਾਂ ਹੁਣ ਵਾਲਿਆਂ ਨੂੰ ਹੀ ਐਂ ਕਰੀ ਜਾਂਦੇ ਆ, ਇਤਿਹਾਸ ਵਾਲਿਆਂ ਨਾਲ ਕਿੱਥੋਂ ਨਿਆਂ ਕਰਨਾ। ਸੋ ਸਾਨੂੰ ਸ਼ਖਸੀਅਤਾਂ ਨੂੰ ਸਮਝਣਾ ਨਹੀਂ ਆਉਂਦਾ, ਅਸੀਂ ਮਾਰ ਖਾ ਜਾਂਦੇ ਹਾਂ ਇੱਥੇ। ਤੇ ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਲੈ ਗਦਾਰ, ਲੈ ਫਿਰ ਗਿਆ, ਲੈ। ਪਰ ਉਹ ਸਮਝਦੇ ਨਹੀਂ ਉਹਦਾ ਮਾਹੌਲ ਕੀ ਹੋਊਗਾ, ਉਹ ਕਿੱਥੇ ਪਲਿਆ, ਕਿੱਥੇ ਵੱਡਾ ਹੋਇਆ, ਕਿੰਨੇ ਫਲਸਫੇ ਨੇ ਉਹਨੂੰ ਪਾਲਿਆ, ਸਾਨੂੰ ਕਿਹੜੇ ਫਲਸਫੇ ਨੇ ਪਾਲਿਆ। ਬਹੁਤ ਵੱਡਾ ਫਰਕ ਹੈ ਜੀ ਇਹ। ਦੀਪ ਸਿੱਧੂ ਜੀ, ਬੜੀਆਂ ਸੁੰਦਰ ਤੁਸੀਂ ਗੱਲਾਂ ਦੱਸੀਆਂ। ਔਰ ਜਿਵੇਂ ਤੁਸੀਂ ਦੱਸਿਆ ਵੀ ਜਿੱਥੇ ਅਸੀਂ ਜੰਮੇ ਪਲੇ ਹੁੰਦੇ ਹਾਂ ਉੱਥੋਂ ਦੇ ਵਾਤਾਵਰਣ ਦਾ ਸਾਡੇ 'ਤੇ ਪ੍ਰਭਾਵ ਹੋਣਾ, ਜਿਹੋ ਜਿਹੇ ਅਸੀਂ ਪਰਿਵਾਰ ਵਿੱਚੋਂ ਹੁੰਦੇ ਹਾਂ ਉਹ ਬਲੱਡ ਜੀਨਸ ਦੇ ਵਿੱਚ ਆਉਣੀਆਂ, ਸੰਸਕਾਰਕ ਰੂਪ ਦੇ ਵਿੱਚ ਆਉਣੀਆਂ। ਕਿਉਂਕਿ ਮਾਂ ਇਕੱਲਾ ਦੁੱਧ ਨਹੀਂ ਪਿਆਉਂਦੀ, ਦੁੱਧ ਦੇ ਰਾਹੀਂ ਮਾਂ ਬੜਾ ਕੁਝ ਪਰੋਸ ਕੇ ਬੱਚੇ ਦੇ ਅੰਦਰ ਪਾ ਦਿੰਦੀ ਹੈ। ਉਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਆਈਆਂ ਔਰ ਤੁਸੀਂ ਸਿੱਖ ਸੰਘਰਸ਼ ਨੂੰ ਸਮਝਿਆ। ਸਮਝਣ ਤੋਂ ਬਾਅਦ ਤੁਸੀਂ ਅੱਜ ਮੋਰਚੇ ਦਾ ਬਹੁਤ ਵੱਡਾ ਇੱਕ ਥੰਮ ਬਣ ਕੇ ਆਏ ਹੋ। ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਡੇ ਧੰਨਵਾਦੀ ਹਾਂ। ਅਕਾਲ ਚੈਨਲ ਦੇ ਲੱਖਾਂ ਦਰਸ਼ਕ ਤੁਹਾਨੂੰ ਦੇਖਦੇ ਨੇ, ਕੀ ਕਹਿਣਾ ਚਾਹੋਗੇ ਜੀ? ਨਹੀਂ ਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਫਿਰ ਇੱਕ ਵਾਰੀ ਉਹੀ ਗੱਲ ਆ ਵੀ ਸਾਡੀ ਹੋਂਦ ਦੀ ਲੜਾਈ ਆ। ਸਾਨੂੰ ਹਰ ਰੂਹ ਦੀ ਜ਼ਰੂਰਤ ਆ, ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ। ਕਿਉਂਕਿ ਸਾਡਾ ਹਿੰਦੂ, ਮੁਸਲਮਾਨ, ਸਾਡਾ ਹਰ ਈਸਾਈ ਜਾਂ ਹੋਰ ਵਰਗ ਆ ਜਿਹੜਾ, ਉਹ ਅਣਖੀ ਆ ਪੰਜਾਬ ਦਾ। ਕਿਉਂਕਿ ਫਲਸਫਾ ਗੁਰੂ ਨਾਨਕ ਸਾਹਿਬ ਦਾ, ਇਹ ਉਹਨਾਂ ਨੂੰ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ, ਪਰ ਉਹ ਪ੍ਰਭਾਵਿਤ ਕਰਦਾ। ਤੇ ਅਗਲੀ ਗੱਲ, ਜਿਹੜੀ ਸੈਂਟਰ ਸਰਕਾਰ ਆ ਨਾ ਇਸ ਵੇਲੇ, ਉਹ ਕਿਤੇ ਨਾ ਕਿਤੇ ਵੈਸ਼ਨਵ ਮਤ ਨੂੰ ਖਤਮ ਕਰਨ 'ਚ ਲੱਗੀ ਹੋਈ ਆ। ਅਸੀਂ ਤਾਂ ਵੈਸ਼ਨਵ ਮਤ ਦੇ ਵੀ ਨਾਲ ਖੜੇ ਆ। ਕੱਲ ਨੂੰ ਸਾਡੇ ਹਿੰਦੂਆਂ ਤੇ ਜੇ ਕੋਈ ਜ਼ਬਰ ਜ਼ੁਲਮ ਹੋਊਗਾ, ਅਸੀਂ ਖੜਾਂਗੇ। ਸਾਡੇ ਕੋਲੇ ਉਹੀ ਫਲਸਫਾ ਸਾਡੇ ਮੁਸਲਮਾਨਾਂ ਤੇ ਹੋਊਗਾ, ਅਸੀਂ ਤਾਂ ਵੀ ਖੜਾਂਗੇ। ਤਾਂ ਅੱਜ ਪੰਜਾਬ ਨੂੰ ਹਰ ਵਰਗ ਦੀ ਜ਼ਰੂਰਤ ਆ, ਹਰ ਰੂਹ ਦੀ ਜ਼ਰੂਰਤ ਆ। ਤੇ ਤੁਸੀਂ ਆਓ, ਆਪਾਂ ਇਕੱਠੇ ਹੋ ਕੇ ਸਾਡੀ ਹੋਂਦ ਨੂੰ ਬਚਾਈਏ। ਬਹੁਤ ਬਹੁਤ ਦੀਪ ਸਿੱਧੂ ਜੀ, ਤੁਹਾਡਾ ਧੰਨਵਾਦ। ਸੋ ਦਰਸ਼ਕੋ, ਬੜੇ ਪਿਆਰ ਦੇ ਨਾਲ ਤੁਸੀਂ ਪੂਰੀ ਇੰਟਰਵਿਊ ਨੂੰ ਸੁਣਿਆ। ਔਰ ਇੱਕ ਚੀਜ਼ ਯਾਦ ਰੱਖਿਆ, ਜੇ ਸਿਆਣੇ ਕਹਿੰਦੇ ਨੇ ਮਨੁੱਖ ਬੋਲਿਆਂ ਅਤਰ ਖੋਲਿਆਂ ਪ੍ਰਗਟ ਹੋ ਜਾਂਦੇ ਨੇ। ਇਨਸਾਨ ਚੁੱਪ ਹੋਵੇ ਤੇ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅੰਦਰ ਕੀ ਹੋਵੇਗਾ, ਪਰ ਜਦੋਂ ਬੋਲਦਾ ਹੈ ਤੇ ਪਤਾ ਲੱਗ ਜਾਂਦਾ ਵੀ ਇਹਦਾ ਬੌਧਿਕ ਪੱਧਰ ਕੀ, ਇਹਦਾ ਲੈਵਲ ਕੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜੋ ਸਵਾਲ ਮੈਂ ਕਰਦਾ ਹਾਂ ਉਹਦਾ ਤਕਰੀਬਨ 100% ਜਵਾਬ ਦੇਣ ਦੇ ਵਿੱਚ ਸક્ષਮ ਹੈ ਵੀਰ ਦੀਪ ਸਿੱਧੂ। ਕਾਫੀ ਤੋਲ ਕੇ ਵਿਵੇਕ ਦੇ ਵਿੱਚੋਂ ਗੱਲਾਂ ਕਰਦੇ ਨੇ। ਬਹੁਤ ਬਹੁਤ ਦੀਪ ਸਿੱਧੂ ਜੀ, ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਵੱਲੋਂ ਤੁਹਾਡਾ ਦੁਬਾਰਾ ਫਿਰ ਧੰਨਵਾਦ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਸ਼ੰਭੂ ਬਾਰਡਰ ਮੋਰਚੇ ਤੋਂ ਅਨੇਕਾਂ ਸ਼ਖਸੀਅਤਾਂ ਮਿਲਦੀਆਂ ਨੇ, ਸਭਨਾਂ ਨੂੰ ਕੋਸ਼ਿਸ਼ ਕਰਾਂਗਾ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।